ਸਤਿ ਸ਼੍ਰੀ ਅਕਾਲ ਦੋਸਤੋ। ਮੈਂ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਇੰਡੀਆ ਆਉਂਦੇ ਹੀ ਮੈਨੂੰ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੀ ਚਿੰਤਾ ਸਤਾਉਣ ਲੱਗੀ ਰਹਿੰਦੀ ਸੀ। ਪਰ ਘਰ ਤਾਂ ਹਮੇਸ਼ਾ ਇੱਕ ਨਵਾਂ ਹੀ ਤਮਾਸ਼ਾ ਲੱਗਾ ਹੁੰਦਾ ਸੀ। ਜਦੋਂ ਵੀ ਬਾਹਰੋਂ ਥੱਕਿਆ ਹਾਰਿਆ ਘਰ ਆਉਂਦਾ ਤਾਂ ਮੇਰੀ ਮਾਂ ਮੇਰੇ ਸਾਹਮਣੇ ਆਪਣਾ ਦੁੱਖੜਾ ਲੈ ਕੇ ਬੈਠ ਜਾਂਦੀ ਤੇ ਤੇਰੀ ਪਤਨੀ ਘਰ ਨਹੀਂ ਬੈਠਦੀ, ਹਮੇਸ਼ਾ ਗਵਾਂਢੀਆਂ ਦੇ ਘਰ ਜਾ ਕੇ ਬੈਠੀ ਰਹਿੰਦੀ ਹੈ। ਨਾ ਘਰ ਦਾ ਖਿਆਲ ਹੈ ਨਾ ਬੱਚਿਆਂ ਦਾ। ਇਹ ਗੱਲ ਬਿਲਕੁਲ ਸੱਚ ਸੀ ਕਿ ਮੈਂ ਜਦੋਂ ਵੀ ਘਰ ਆਉਂਦਾ ਤਾਂ ਮੇਰੀ ਪਤਨੀ ਪੂਜਾ ਗਵਾਂਢੀਆਂ ਦੇ ਘਰ ਹੀ ਮਿਲਦੀ ਸੀ। ਮੈਂ ਆਪਣੇ ਬੇਟੇ ਨੂੰ ਕਿਹਾ ਕਿ 1 ਗਿਲਾਸ ਪਾਣੀ ਪਿਲਾ ਦੇ। ਪੂਰੇ ਘਰ 'ਤੇ ਨਜ਼ਰ ਮਾਰੀ, ਪੂਰੇ ਘਰ ਵਿੱਚ ਉਥਲ ਪੁਥਲ ਸੀ। ਮੇਰੀ ਗੱਲ ਸੁਣ, ਮੰਮੀ ਬੋਲੀ, ਤੂੰ ਗੱਲ ਕਿਉਂ ਨਹੀਂ ਕਰਦਾ ਪੂਜਾ ਨਾਲ ਕਿ ਥੋੜਾ ਘਰ ਦਾ ਵੀ ਖਿਆਲ ਰੱਖਿਆ ਕਰੇ। ਤੂੰ ਤਾਂ ਜ਼ਿਆਦਾ ਹੀ ਸਿਰ 'ਤੇ ਚੜ੍ਹਾ ਕੇ ਰੱਖਿਆ ਆਪਣੀ ਪਤਨੀ ਨੂੰ। ਮੰਮੀ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੰਮੀ, ਤੁਸੀਂ ਵੀ ਤਾਂ ਇਹ ਗੱਲ ਪੂਜਾ ਨੂੰ ਕਹਿ ਸਕਦੇ ਹੋ। ਦਿਨ ਭਰ ਦਾ ਘਰ ਥੱਕਿਆ ਹਾਰਿਆ ਆਉਂਦਾ ਹਾਂ, ਮੈਨੂੰ ਵੀ ਘਰ ਵਿੱਚ ਥੋੜਾ ਸਕੂਨ ਚਾਹੀਦਾ। ਲਓ ਜੀ, ਇਹ ਤਾਂ ਤੂੰ ਚੰਗਾ ਕਿਹਾ। ਤੇਰੀ ਪਤਨੀ ਮੈਨੂੰ ਕੁਝ ਸਮਝਦੀ ਹੀ ਕਿੱਥੇ ਆ। ਬੱਚਾ ਘਰ ਵਿੱਚ ਲਿਬੜਿਆ ਹੀ ਘੁੰਮਦਾ ਫਿਰ ਰਿਹਾ। ਘਰ ਦੀ ਹਾਲਤ ਖਰਾਬ ਆ, ਖਾਣਾ ਅਜੇ ਤੱਕ ਬਣਿਆ ਨਹੀਂ ਤੇ ਤੇਰੀ ਪਤਨੀ ਹੈ ਕਿ ਮੂੰਹ 'ਤੇ ਸੁਰਖੀ ਪਾਊਡਰ ਲਾ ਕੇ ਗਵਾਂਢ ਵਿੱਚ ਬੈਠੀ ਹੈ। ਤੂੰ ਆਪਣੀ ਪਤਨੀ ਨੂੰ ਇਹ ਸਭ ਸਮਝਾ, ਪਰ ਉਲਟਾ ਤੂੰ ਤਾਂ ਮੇਰੇ 'ਤੇ ਹੀ ਬਰਸ ਰਹੇ ਹੋ। ਮੰਮੀ ਗੁੱਸੇ ਵਿੱਚ ਤਪੀ ਬੈਠੀ ਸੀ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਲਿਆ। ਇਹ ਰੋਜ਼-ਰੋਜ਼ ਦੀ ਚੈੱਕ ਤੋਂ ਮੈਂ ਪਰੇਸ਼ਾਨ ਹੋ ਚੁੱਕਿਆ ਸੀ। ਉਦੋਂ ਹੀ ਪੂਜਾ ਘਰ ਵਿੱਚ ਦਾਖਲ ਹੋਈ, ਹੱਸਦੀ ਮੁਸਕਰਾਉਂਦੀ, ਸੋਹਣਾ ਜਿਹਾ ਸੂਟ ਪਾਇਆ ਹੋਇਆ, ਹਲਕਾ ਮੇਕਅਪ ਕੀਤਾ ਹੋਇਆ ਸੀ। ਪੂਜਾ ਨੂੰ ਦੇਖ ਕੇ ਮੰਮੀ ਫਿਰ ਤੋਂ ਸ਼ੁਰੂ ਹੋ ਗਈ। ਲਓ ਦੇਖ ਲਓ ਖੁਦ ਹੀ ਆਪਣੀਆਂ ਅੱਖਾਂ ਨਾਲ। ਘਰ ਦੀ ਹਾਲਤ ਦੇਖੋ ਅਤੇ ਆਪਣੀ ਪਤਨੀ ਨੂੰ ਦੇਖੋ। ਘਰ ਵਿੱਚ ਪੈਰ ਨਹੀਂ ਰੱਖਿਆ ਜਾਂਦਾ ਤੇ ਮਹਾਰਾਣੀ ਐਦਾਂ ਤਿਆਰ ਹੋ ਕੇ ਆ ਰਹੀ ਜਿੱਦਾਂ ਕਿਸੇ ਵਿਆਹ ਵਿੱਚ ਜਾਣਾ ਹੋਵੇ। ਦੇਖਣਾ ਇੱਕ ਦਿਨ ਕੋਈ ਚੰਨ ਚੜਾਵੇਗੀ। ਪੂਜਾ ਦੇ ਹੱਥ ਵਿੱਚ ਇੱਕ ਵੱਡਾ ਜਿਹਾ ਕੌਲਾ ਫੜਿਆ ਹੋਇਆ ਸੀ। ਕੌਲਾ ਉਸਨੇ ਟੇਬਲ 'ਤੇ ਰੱਖ ਦਿੱਤਾ। ਇੰਨੀ ਦੇਰ ਤੋਂ ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਚੁੱਕਿਆ ਸੀ। ਮੈਂ ਥੋੜੀ ਤੇਜ਼ ਆਵਾਜ਼ ਵਿੱਚ ਬੋਲਿਆ, ਪੂਜਾ ਇਸ ਸਮੇਂ ਕਿੱਥੋਂ ਆ ਰਹੀ ਹੋ? ਪੂਜਾ ਬੋਲੀ, ਆਰਾਮ ਨਾਲ ਵੀ ਬੋਲ ਸਕਦੇ ਹੋ। ਫਿਰ ਮੇਰੇ ਬੇਟੇ ਨੂੰ ਬੋਲੀ, ਸੋਨੂੰ ਜਲਦੀ ਪਲੇਟਾਂ ਲਗਾ ਦੇ, ਮੈਂ ਰੋਟੀ ਬਣਾ ਲਵਾਂ। ਉਸਨੇ ਮੇਰੀ ਗੱਲ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਰਸੋਈ ਵਿੱਚ ਚਲੀ ਗਈ। ਮੰਮੀ ਨੂੰ ਹੋਰ ਮੌਕਾ ਮਿਲ ਗਿਆ। ਉਹ ਕਹਿਣ ਲੱਗੀ, ਦੇਖੋ ਆਪਣੀ ਪਤਨੀ ਦੇ ਤੇਵਰ। ਇੱਕ ਦਿਨ ਤੇਰੀ ਨੱਕ ਕਟਵਾਏਗੀ, ਤੈਨੂੰ ਬਦਨਾਮ ਕਰੇਗੀ, ਫਿਰ ਤੈਨੂੰ ਸਮਝ ਲੱਗਣਾ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਖਿਝ ਗਿਆ। ਥੋੜਾ ਉੱਚੀ ਆਵਾਜ਼ ਵਿੱਚ ਬੋਲਿਆ, ਬਸ ਕਰੋ ਮੰਮੀ ਜੀ, ਤੰਗ ਆ ਗਿਆ ਮੈਂ ਰੋਜ਼-ਰੋਜ਼ ਦੀਆਂ ਕਹਾਣੀਆਂ ਤੋਂ। ਮੰਮੀ ਬੋਲੀ, ਠੀਕ ਹੈ, ਹੁਣ ਮੇਰੀਆਂ ਗੱਲਾਂ ਨਾ ਸੁਣ, ਬਾਅਦ ਵਿੱਚ ਆਪੇ ਪਛਤਾਏਗਾ। ਹੁਣ ਤਾਂ ਬਣਿਆ ਰਹਿ ਜੋਰੂ ਦਾ ਗੁਲਾਮ। ਇੰਨੀ ਦੇਰ 'ਚ ਪੂਜਾ ਰੋਟੀਆਂ ਬਣਾ ਲਿਆਈ ਤੇ ਬੋਲੀ, ਜਲਦੀ ਆ ਜਾਓ, ਖਾਣਾ ਖਾ ਲਓ, ਬਹੁਤ ਭੁੱਖ ਲੱਗੀ ਹੈ। ਅਸੀਂ ਸਾਰੇ ਡਾਈਨਿੰਗ ਟੇਬਲ 'ਤੇ ਬੈਠ ਗਏ। ਪੂਜਾ ਸ਼ਾਇਦ ਸਬਜ਼ੀ ਬਣਾ ਕੇ ਗਈ ਸੀ ਕਿਉਂਕਿ ਹੁਣ ਉਸਨੇ ਸਿਰਫ ਰੋਟੀਆਂ ਹੀ ਬਣਾਈਆਂ ਸੀ। ਟੇਬਲ 'ਤੇ ਸਬਜ਼ੀ, ਚਟਨੀ, ਸਲਾਦ ਸਭ ਕੁਝ ਮੌਜੂਦ ਸੀ। ਮੇਰੀ ਨਿਗਾਹ ਉਸ ਕੌਲੇ 'ਤੇ ਪਈ ਜੋ ਪੂਜਾ ਆਪਣੇ ਨਾਲ ਲੈ ਕੇ ਆਈ ਸੀ। ਉਸ ਕੌਲੇ ਵਿੱਚ ਸਬਜ਼ੀ ਟੇਬਲ 'ਤੇ ਪਈ ਹੋਈ ਸੀ। ਮੈਂ ਉਸ ਨੂੰ ਪੁੱਛਿਆ, ਇਹ ਤਾਂ ਉਹੀ ਕੌਲਾ ਜਿਹੜਾ ਤੂੰ ਆਪਣੇ ਨਾਲ ਲੈ ਕੇ ਆਈ ਸੀ। ਇਸ ਦਾ ਇਹ ਮਤਲਬ ਸੀ ਤੂੰ ਸਬਜ਼ੀ ਗਵਾਂਢੀਆਂ ਦੇ ਘਰੋਂ ਲੈ ਕੇ ਆਈ ਸੀ। ਮੇਰੀ ਗੱਲ ਸੁਣ ਕੇ ਪੂਜਾ ਥੋੜੀ ਜਿਹੀ ਘਬਰਾ ਗਈ। ਕਹਿਣ ਲੱਗੀ, ਤੁਸੀਂ ਤਾਂ ਜਾਣਦੇ ਹੋ ਕਿ ਇਹ ਸਾਡੀ ਗਵਾਂਢਣ ਕਿੰਨੀ ਚੰਗੀ ਲੜਕੀ ਹੈ। ਬਸ ਇਦਾਂ ਹੀ ਉਸ ਦਾ ਹਾਲ ਚਾਲ ਪੁੱਛਣ ਲਈ ਗਈ ਸੀ। ਗੱਲਾਂ ਵਿੱਚ ਸਮੇਂ ਦਾ ਪਤਾ ਹੀ ਨਹੀਂ ਲੱਗਾ। ਜਦੋਂ ਧਿਆਨ ਆਇਆ ਕਿ ਘਰ ਤਾਂ ਖਾਣਾ ਵੀ ਬਣਾਉਣਾ, ਬਸ ਉਸਨੇ ਆਪਸੀ ਪਿਆਰ ਦੇ ਕਾਰਨ ਆਪਣੇ ਘਰ ਬਣੀ ਅੱਧੀ ਸਬਜ਼ੀ ਮੈਨੂੰ ਦੇ ਦਿੱਤੀ ਤੇ ਅੱਧੀ ਸਬਜ਼ੀ ਆਪ ਰੱਖ ਲਈ। ਇਹ ਕਹਿੰਦੇ ਹੋਏ ਪੂਜਾ ਨੇ ਜਲਦੀ ਨਾਲ ਜੱਗ ਚੁੱਕਿਆ ਤੇ ਆਪਣੇ ਮੱਥੇ 'ਤੇ ਆਏ ਪਸੀਨੇ ਨੂੰ ਪੂੰਝਦੀ ਹੋਈ ਰਸੋਈ ਵਿੱਚ ਚਲੀ ਗਈ। ਸ਼ਾਇਦ ਮੇਰੇ ਸਵਾਲਾਂ ਤੋਂ ਬਚਣਾ ਚਾਹੁੰਦੀ ਸੀ। ਜੇਕਰ ਕੁਝ ਦੇਰ ਹੋਰ ਬੈਠਦੀ ਤਾਂ ਉਸਦੀ ਚੋਰੀ ਫੜੀ ਜਾਂਦੀ ਸੀ। ਇਹ ਸੋਚਦੀ ਹੋਈ ਉਹ ਸ਼ਾਇਦ ਰਸੋਈ ਵਿੱਚ ਚਲੀ ਗਈ। ਉਹਨਾਂ ਮਰਦਾਂ ਵਰਗਾ ਨਹੀਂ ਸੀ ਮੈਂ ਜੋ ਆਪਣੀ ਪਤਨੀ 'ਤੇ ਸ਼ੱਕ ਕਰੇ। ਪੂਜਾ ਦੀਆਂ ਹਰਕਤਾਂ 'ਤੇ ਮੈਂ ਸੋਚਣ 'ਤੇ ਮਜਬੂਰ ਹੋ ਗਿਆ। ਅੱਜ ਪਹਿਲੀ ਵਾਰ ਮੈਂ ਉਸ ਦੀਆਂ ਹਰਕਤਾਂ 'ਤੇ ਚੌਂਕਿਆ ਹੋਇਆ ਸੀ। ਕੁਝ ਮੰਮੀ ਦੀਆਂ ਗੱਲਾਂ ਦਾ ਅਸਰ ਸੀ ਤੇ ਕੁਝ ਪੂਜਾ ਦੀਆਂ ਹਰਕਤਾਂ ਦਾ। ਮੈਂ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਪੂਜਾ ਨੂੰ ਕਹਾਂਗਾ
ਕਿ ਗਵਾਂਢੀਆਂ ਦੇ ਘਰ ਨਾ ਜਾਇਆ ਕਰ। ਅਤੇ ਰਾਤ ਨੂੰ ਜਦੋਂ ਇਹ ਗੱਲ ਪੂਜਾ ਨੂੰ ਕਹੀ ਤਾਂ ਉਹ ਇੱਕਦਮ ਗੁੱਸੇ ਵਿੱਚ ਬੋਲੀ, ਖੁਦ ਤਾਂ 5 ਸਾਲ ਬਾਹਰਲੇ ਦੇਸ਼ ਵਿੱਚ ਗੁਜ਼ਾਰ ਕੇ ਆਏ ਹੋ, ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੈਨੂੰ ਇਕੱਲੀ ਨੂੰ ਛੱਡ ਕੇ ਚਲੇ ਗਏ। ਮੇਰਾ ਜਰਾ ਵੀ ਖਿਆਲ ਨਾ ਆਇਆ ਮੈਂ ਕਿੱਦਾਂ ਸਮਾਂ ਗੁਜ਼ਾਰਿਆ। ਮੈਂ ਜਾਣਦੀ ਹਾਂ। ਇੰਨਾ ਕਹਿ ਕੇ ਪੂਜਾ ਰੋਣ ਲੱਗ ਗਈ ਅਤੇ ਰੋਂਦੀ ਹੋਈ ਬੋਲੀ, ਤੇਰੀ ਮਾਂ ਤਾਂ ਹਰ ਸਮੇਂ ਜਲੀਲ ਕਰਦੀ ਰਹਿੰਦੀ ਹੈ। ਘਰ ਵਿੱਚ ਰਹਿ ਕੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਜਾ ਰਹੀ ਸੀ। ਇਸ ਕਰਕੇ ਬਾਹਰ ਮੈਂ ਗੁਆਂਢ ਦੀਆਂ ਔਰਤਾਂ ਨਾਲ ਦਿਲ ਲਗਾਉਣਾ ਸ਼ੁਰੂ ਕੀਤਾ। ਸਾਰਾ ਘਰ ਮੈਂ ਹੀ ਸੰਭਾਲਦੀ ਹਾਂ। ਉਹ ਤਾਂ ਤੁਹਾਨੂੰ ਤੇ ਤੁਹਾਡੀ ਮਾਂ ਨੂੰ ਨਜ਼ਰ ਨਹੀਂ ਆਉਂਦਾ। ਥੋੜ੍ਹੀ ਦੇਰ ਦੇ ਲਈ ਗੁਆਂਢ ਵਿੱਚ ਚਲੀ ਜਾਂਦੀ ਹਾਂ ਤਾਂ ਉਹ ਤੁਹਾਨੂੰ ਨਜ਼ਰ ਆ ਜਾਂਦਾ ਹੈ। ਪੂਜਾ ਜੋ ਕੁਝ ਵੀ ਕਹਿ ਰਹੀ ਸੀ ਸੱਚ ਤਾਂ ਹੀ ਕਹਿ ਰਹੀ ਸੀ। ਮੇਰੀ ਮਾਂ ਦਾ ਸੁਭਾਅ ਥੋੜ੍ਹਾ ਇੱਦਾਂ ਦਾ ਹੀ ਸੀ। ਫਿਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੈਂ ਪੂਜਾ ਨੂੰ ਛੱਡ ਕੇ ਅਮਰੀਕਾ ਚਲਾ ਗਿਆ ਸੀ। ਮੈਂ ਪੂਜਾ ਨੂੰ ਪਿਆਰ ਨਾਲ ਚੁੱਪ ਕਰਵਾਇਆ। ਉਹ ਥੋੜ੍ਹਾ ਜਿਹਾ ਮਨਾਉਣ 'ਤੇ ਹੀ ਮੰਨ ਗਈ। ਅਗਲੇ ਦਿਨ ਛੁੱਟੀ ਸੀ, ਇਸ ਕਰਕੇ ਮੇਰਾ ਦੇਰ ਤੱਕ ਸੌਣ ਦਾ ਇਰਾਦਾ ਸੀ। ਪਰ ਸਵੇਰੇ ਸਵੇਰੇ ਸੋਨੂ ਦੇ ਰੋਣ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਗੁੱਸੇ ਨਾਲ ਉੱਠ ਕੇ ਬਾਹਰ ਆਇਆ। ਪੂਜਾ ਨੂੰ ਆਵਾਜ਼ ਲਗਾਉਣ ਲੱਗ ਪਿਆ। ਮੰਮੀ ਸਾਹਮਣੇ ਸੋਫੇ 'ਤੇ ਬੈਠੀ ਹੋਈ ਸੀ। ਮੈਨੂੰ ਦੇਖ ਕੇ ਬੋਲੀ, ਪੂਜਾ ਪੂਜਾ ਕੀ ਰੌਲਾ ਪਾਇਆ? ਜੇ ਉਹ ਘਰ ਹੋਵੇਗੀ ਤਾਂ ਹੀ ਆਵਾਜ਼ ਦੇਵੇਗੀ। ਉਹ ਤਾਂ ਸਵੇਰੇ ਹੀ ਸੈਰ ਸਪਾਟੇ 'ਤੇ ਨਿਕਲ ਚੁੱਕੀ ਹੈ। ਉਸ ਨੂੰ ਨਾ ਘਰ ਦਾ ਖਿਆਲ ਆ ਨਾ ਬੱਚੇ ਦਾ। ਸੋਨੂ ਭੁੱਖ ਨਾਲ ਰੋ ਰਿਹਾ ਹੈ। ਸੋਨੂ ਨੂੰ ਇਸ ਤਰ੍ਹਾਂ ਰੋਂਦੇ ਦੇਖ ਮੈਨੂੰ ਪੂਜਾ ਉੱਪਰ ਗੁੱਸਾ ਆਇਆ। ਇੱਕ ਤਾਂ ਹੁਣੇ ਸੁੱਤਾ ਉੱਠਿਆ ਸੀ, ਉੱਪਰੋਂ ਸੋਨੂ ਦਾ ਰੋਣਾ ਤੇ ਅੱਗ ਤੇ ਘਿਓ ਦਾ ਕੰਮ ਮੰਮੀ ਨੇ ਕਰਤਾ। ਮੈਂ ਗੁੱਸੇ ਨਾਲ ਪੁੱਛਿਆ, ਪੂਜਾ ਕਿੱਥੇ ਗਈ ਹੈ? ਮੰਮੀ ਬੋਲੀ, ਦੱਸਿਆ ਤਾਂ ਹੈ, ਸਵੇਰੇ ਸਵੇਰੇ ਸ਼ਹਿਰ ਸਪਾਟੇ 'ਤੇ ਨਿਕਲ ਚੁੱਕੀ ਹੈ ਮਹਾਰਾਣੀ। ਉੱਪਰ ਛੱਤ 'ਤੇ ਹੁਣੀ। ਜਦੋਂ ਦੇਖੋ ਜਾਂ ਤਾਂ ਗਵਾਂਢੀਆਂ ਘਰ ਛੱਤ 'ਤੇ ਹੁੰਦੀ ਹੈ ਜਾਂ ਛੱਤ 'ਤੇ ਖੜੀ ਗਵਾਂਢੀਆਂ ਨਾਲ ਗੱਲਾਂ ਕਰਦੀ ਰਹਿੰਦੀ ਹੈ। ਕਿੰਨੇ ਅਰਮਾਨਾਂ ਨਾਲ ਉਸ ਨੂੰ ਨੂੰਹ ਬਣਾ ਕੇ ਲਿਆਈ ਸੀ। ਸੋਚਿਆ ਸੀ ਘਰ ਵਿੱਚ ਨੂੰਹ ਆਵੇਗੀ ਤਾਂ ਥੋੜ੍ਹਾ ਆਰਾਮ ਮਿਲੇਗਾ, ਪਰ ਉਹਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ। ਕੀ ਦੱਸਾਂ ਪੁੱਤ, ਜਦੋਂ ਤੂੰ ਅਮਰੀਕਾ ਚਲਾ ਗਿਆ ਸੀ ਤਾਂ ਮੈਂ ਹੀ ਜਾਣਦੀ ਹਾਂ ਮੈਂ ਕਿੱਦਾਂ ਰੋ ਰੋ ਕੇ ਦਿਨ ਕੱਟੇ। ਪਹਿਲਾਂ ਤਾਂ ਮੈਂ ਮੰਮੀ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ ਸੀ, ਪਰ ਹੁਣ ਮੈਨੂੰ ਮੰਮੀ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਸੀ। ਹੁਣ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ, ਮੰਮੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਸ਼ੱਕ ਪੈਦਾ ਕਰ ਰਹੀਆਂ ਸੀ। ਉਦੋਂ ਹੀ ਪੂਜਾ ਮੈਨੂੰ ਪੌੜੀਆਂ ਤੋਂ ਥੱਲੇ ਉਤਰਦੀ ਨਜ਼ਰ ਆਈ। ਪੂਜਾ ਅੱਜ ਵੀ ਚੰਗੀ ਤਰ੍ਹਾਂ ਤਿਆਰ ਹੋਈ ਸੀ। ਉਸਨੇ ਅੱਜ ਮੇਰੀ ਪਸੰਦ ਦਾ ਲਾਲ ਸੂਟ ਪਾਇਆ ਹੋਇਆ ਸੀ। ਉਹ ਬੜੀ ਹੀ ਸੋਹਣੀ ਦਿਖ ਰਹੀ ਸੀ, ਪਰ ਅੱਜ ਮੈਂ ਉਸਦੀ ਸੁੰਦਰਤਾ ਦੇ ਜਾਲ ਵਿੱਚ ਨਹੀਂ ਫਸਣ ਵਾਲਾ ਸੀ। ਮੈਂ ਦੇਖਿਆ ਕਿ ਅੱਜ ਵੀ ਉਸਦੇ ਹੱਥ ਵਿੱਚ ਇੱਕ ਕੌਲਾ ਸੀ। ਉਹ ਇੱਕ ਕੱਪੜੇ ਨਾਲ ਢਕਿਆ ਹੋਇਆ ਸੀ। ਉਹ ਜਲਦੀ ਨਾਲ ਰਸੋਈ ਦੇ ਵੱਲ ਵਧੀ। ਉਦੋਂ ਹੀ ਮੈਂ ਥੋੜ੍ਹੇ ਗੁੱਸੇ ਵਿੱਚ ਬੋਲਿਆ, ਕਿ ਹੁਣ ਇਸ ਕੌਲੇ ਵਿੱਚ ਕੀ ਲਿਆਈ ਹੋ? ਮੇਰੇ ਪੁੱਛਣ 'ਤੇ ਉਹ ਥੋੜ੍ਹਾ ਜਿਹਾ ਘਬਰਾ ਗਈ ਅਤੇ ਬੋਲੀ, ਮੈਂ ਖੰਡ ਲਿਆਈ ਹਾਂ। ਤੁਸੀਂ ਤਾਂ ਸੁੱਤੇ ਸੀ ਅਤੇ ਤੁਹਾਡਾ ਦੇਰ ਤੱਕ ਸੌਣ ਦਾ ਇਰਾਦਾ ਸੀ। ਘਰ ਵਿੱਚ ਖੰਡ ਖਤਮ ਹੋ ਗਈ ਸੀ ਤਾਂ ਸੋਚਿਆ ਗਵਾਂਢ ਵਿੱਚੋਂ ਹੀ ਮੰਗ ਲਿਆਵਾਂ। 1 ਘੰਟੇ ਤੋਂ ਨੂੰ ਖੰਡ ਹੀ ਮੰਗ ਰਹੀ ਸੀ, ਮੰਮੀ ਨੇ ਗੁੱਸੇ ਨਾਲ ਕਿਹਾ। ਮੰਮੀ ਜੀ, ਗੱਲ ਸੁਣ ਕੇ ਮੈਂ ਵੀ ਪੂਜਾ ਵੱਲ ਸਵਾਲੀਆਂ ਨਜ਼ਰਾਂ ਚੁੱਕੀਆਂ। ਸਾਡੇ ਦੋਵਾਂ ਦੇ ਸਵਾਲਾਂ ਨਾਲ ਪੂਜਾ ਘਬਰਾ ਗਈ ਸੀ ਅਤੇ ਆਪਣੇ ਆਪ ਨੂੰ ਬਚਾਉਂਦੀ ਹੋਈ ਬੋਲੀ, ਫਿਰ ਕੀ ਹੋ ਗਿਆ ਜੇ ਸਮਾਂ ਲੱਗਿਆ? ਇਸ ਵਿੱਚ ਗੱਲ ਨੂੰ ਇੰਨਾ ਚੁੱਕਣ ਦੀ ਕੀ ਜ਼ਰੂਰਤ ਹੈ? ਉਹ ਤਾਂ ਮੰਮੀ ਜੀ ਤੁਹਾਨੂੰ ਹੀ ਸਵੇਰੇ ਸਵੇਰੇ ਜਲਦੀ ਚਾਹ ਪੀਣ ਦੀ ਆਦਤ ਹੈ, ਨਹੀਂ ਤਾਂ ਮੈਨੂੰ ਕੀ ਜ਼ਰੂਰਤ ਸੀ ਸਵੇਰੇ ਸਵੇਰੇ ਮੰਗਣ ਜਾਣ ਦੀ? ਪਰ ਤੁਸੀਂ ਤਾਂ ਗੱਲ ਦਾ ਪਹਾੜ ਬਣਾ ਦਿੱਤਾ। ਚਾਹੇ ਕਿੰਨਾ ਵੀ ਕਰ ਲਵਾਂ ਤੁਹਾਡੇ ਲਈ ਤੁਹਾਨੂੰ ਮੇਰੀਆਂ ਕਮੀਆਂ ਹੀ ਨਜ਼ਰ ਆਉਂਦੀਆਂ ਨੇ। ਇਹ ਕਹਿੰਦੀ ਹੋਈ ਪੂਜਾ ਜਲਦੀ ਨਾਲ ਰਸੋਈ ਵਿੱਚ ਚਲੀ ਗਈ ਅਤੇ ਮੰਮੀ ਨੇ ਫਿਰ ਤੋਂ ਬੋਲਣਾ ਸ਼ੁਰੂ ਕਰ ਦਿੱਤਾ। ਦੇਖ ਲਓ ਆਪਣੀ ਪਤਨੀ ਨੂੰ ਐਦਾਂ ਗੱਲ ਕਰਦੀ, ਮੈਨੂੰ ਤਾਂ ਕੋਈ ਇੱਜ਼ਤ ਹੀ ਨਹੀਂ ਦਿੰਦੀ। ਮੰਮੀ ਬੁੜ-ਬੁੜ ਕਰਦੀ ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਪੂਜਾ ਦਾ ਮੇਰੇ ਕੋਲੋਂ ਨਜ਼ਰਾਂ ਚੁਰਾਉਣਾ ਮੈਨੂੰ ਸ਼ੱਕ ਵਿੱਚ ਪਾ ਰਿਹਾ ਸੀ। ਉਦੋਂ ਹੀ ਮੇਰਾ ਮੋਬਾਈਲ ਵੱਜਿਆ। ਮੇਰਾ ਧਿਆਨ ਪੂਜਾ ਤੋਂ ਹਟ ਕੇ ਮੋਬਾਈਲ 'ਤੇ ਚਲਾ ਗਿਆ। ਮੇਰੀ ਕੰਪਨੀ ਦੇ ਇੱਕ ਵਰਕਰ ਦਾ ਫੋਨ ਸੀ। ਮੈਂ ਉਸ ਦੇ ਨਾਲ ਗੱਲਾਂ ਵਿੱਚ ਲੱਗ ਗਿਆ। ਨਾਸ਼ਤੇ ਵਿੱਚ ਪੂਜਾ ਨੇ ਆਲੂ ਦੇ ਪਰੌਂਠੇ ਬਣਾਏ ਸੀ। ਅਸੀਂ ਸਾਰੇ ਬੈਠ ਕੇ ਨਾਸ਼ਤਾ ਕਰ ਰਹੇ ਸੀ। ਪੂਜਾ ਨੇ ਇੱਕ ਪਲੇਟ ਵਿੱਚੋਂ 4-5 ਪਰੌਂਠੇ ਅਤੇ ਦਹੀਂ ਅਚਾਰ ਰੱਖਿਆ ਅਤੇ ਬੋਲੀ, ਸੁਣ ਬੇਟਾ, ਆਹ ਨਾਲ ਵਾਲੀ ਆਂਟੀ ਨੂੰ ਫੜਾਇਆ। ਅਚਾਨਕ ਹੀ ਮੰਮੀ ਤੇਜ਼ ਆਵਾਜ਼ ਵਿੱਚ ਬੋਲੇ,
ਇੰਨਾ ਕੁਝ ਦੇਣ ਦੀ ਕੀ ਜ਼ਰੂਰਤ ਹੈ? ਜੇ ਖਾਣਾ ਬਚ ਜਾਵੇ ਤਾਂ ਬਚਾ ਕੇ ਰੱਖ ਲਓ, ਦੁਪਹਿਰ ਨੂੰ ਭੁੱਖ ਲੱਗੇਗੀ ਤਾਂ ਖਾ ਲਵਾਂਗੇ। ਪੂਜਾ ਬੋਲੀ, ਕੋਈ ਗੱਲ ਨਹੀਂ ਮੰਮੀ ਜੀ, ਰੀਆ ਨੂੰ ਮੇਰੇ ਹੱਥ ਦੇ ਪਰਾਂਠੇ ਬਹੁਤ ਪਸੰਦ ਹਨ, ਉਹ ਬਹੁਤ ਚਾਅ ਨਾਲ ਖਾਂਦੀ ਹੈ। ਜੇ ਦੁਪਹਿਰ ਨੂੰ ਭੁੱਖ ਲੱਗੇਗੀ ਤਾਂ ਮੈਂ ਕੁਝ ਬਣਾ ਲਵਾਂਗੀ। ਇਹ ਕਹਿ ਕੇ ਉਸਨੇ ਭਰੀ ਪਲੇਟ ਸੋਨੂ ਦੇ ਹੱਥ ਫੜਾ ਦਿੱਤੀ ਅਤੇ ਸੋਨੂ ਉਹ ਪਲੇਟ ਲੈ ਕੇ ਚਲਿਆ ਗਿਆ। ਇੰਨੀ ਦੇਰ 'ਚ ਅਸੀਂ ਨਾਸ਼ਤਾ ਖਤਮ ਕਰਕੇ ਬਾਹਰ ਹੀ ਸੋਫੇ 'ਤੇ ਬੈਠੇ। ਥੋੜ੍ਹੀ ਦੇਰ ਬਾਅਦ ਸੋਨੂ ਵੀ ਆ ਗਿਆ। ਮੰਮੀ ਜੀ ਨੇ ਪੁੱਛਿਆ, ਬੇਟਾ ਦੇ ਆਏ ਆਪਣੀ ਮੰਮੀ ਦੀ ਸਹੇਲੀ ਨੂੰ ਪਰਾਂਠੇ, ਭਾਂਡੇ ਨਹੀਂ ਲੈ ਕੇ ਆਇਆ? ਸੋਨੂ ਆਪਣੀ ਦਾਦੀ ਦੀ ਗੱਲ ਸੁਣ ਕੇ ਬੋਲਿਆ, ਰੀਮਾ ਆਂਟੀ ਘਰ ਹੈ ਨਹੀਂ ਸੀ, ਵਿਜੇ ਅੰਕਲ ਘਰ ਹੀ ਸੀ। ਪਰਾਂਠੇ ਉਹਨਾਂ ਨੇ ਲੈ ਲਏ ਤੇ ਬੈਠ ਕੇ ਖਾਣ ਲੱਗ ਪਏ। ਕਹਿਣ ਲੱਗੇ, ਤੇਰੀ ਮੰਮੀ ਆਲੂ ਦੇ ਪਰਾਂਠੇ ਬਹੁਤ ਸਵਾਦ ਬਣਾਉਂਦੀ ਹੈ, ਚੰਗਾ ਹੋਇਆ ਤੂੰ ਲੈ ਆਇਆ, ਮੈਨੂੰ ਬਹੁਤ ਭੁੱਖ ਲੱਗੀ ਸੀ। ਨਾਲੇ ਦਾਦੀ, ਤੁਹਾਨੂੰ ਪਤਾ ਵਿਜੇ ਅੰਕਲ ਮੰਮੀ ਦੀ ਬਹੁਤ ਤਾਰੀਫ ਕਰ ਰਹੇ ਸੀ ਕਿ ਤੇਰੀ ਮੰਮੀ ਬਹੁਤ ਚੰਗੀ ਹੈ। ਸੋਨੂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਚੌਂਕ ਗਿਆ ਅਤੇ ਪੂਜਾ ਨੇ ਉਦੋਂ ਹੀ ਸੋਨੂ ਨੂੰ ਆਪਣੇ ਕੋਲ ਬੁਲਾ ਲਿਆ। ਮੰਮੀ ਬੋਲੀ, ਲੈ ਇਹ ਕੀ ਗੱਲ ਹੋਈ? ਨੂੰਹ ਨੇ ਤਾਂ ਪਰਾਂਠੇ ਰੀਮਾ ਲਈ ਭੇਜੇ ਸੀ, ਪਰ ਰੀਮਾ ਘਰ ਵਿੱਚ ਨਹੀਂ ਸੀ। ਫਿਰ ਭਲਾ ਰੀਮਾ ਦਾ ਨਾਂ ਲੈ ਕੇ ਪੂਜਾ ਨੇ ਪਰਾਂਠੇ ਰੀਮਾ ਦੇ ਘਰ ਕਿਉਂ ਭੇਜੇ? ਜਿਹੜੇ ਸਵਾਲ ਮੇਰੇ ਦਿਮਾਗ ਵਿੱਚ ਚੱਲ ਰਹੇ ਸੀ ਉਹੀ ਸਵਾਲ ਮੰਮੀ ਦੁਹਰਾ ਰਹੀ ਸੀ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਿਆ। ਮੇਰਾ ਦਿਮਾਗ ਉਲਝਦਾ ਹੀ ਜਾ ਰਿਹਾ ਸੀ। ਪੂਜਾ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਰੀਮਾ ਘਰ ਹੈ ਨਹੀਂ ਸੀ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਹੀ ਤਾਂ ਉਹ ਉਹਦੇ ਕੋਲੋਂ ਖੰਡ ਲੈ ਕੇ ਆਈ ਸੀ। ਰੀਮਾ ਨੇ ਦੱਸਿਆ ਹੀ ਹੋਣਾ ਕਿ ਉਹ ਕਿਤੇ ਜਾ ਰਹੀ ਹੈ, ਤਾਂ ਫਿਰ ਰੀਮਾ ਦਾ ਨਾਂ ਲੈ ਕੇ ਪਰਾਂਠੇ ਕਿਉਂ ਭੇਜੇ? ਮੈਂ ਪੂਜਾ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਉਸ ਨੂੰ ਬਹੁਤ ਮੁਹੱਬਤ ਕਰਦਾ ਸੀ। ਫਿਰ ਅਗਲੇ ਦਿਨ ਜਦੋਂ ਮੈਂ ਆਫਿਸ ਤੋਂ ਵਾਪਸ ਘਰ ਆਇਆ ਤਾਂ ਮੈਂ ਵਿਜੇ ਨੂੰ ਆਪਣੇ ਘਰ ਦੇ ਬਾਹਰ ਦੇਖਿਆ। ਅਜੇ ਮੈਂ ਕੁਝ ਕਹਿਣ ਹੀ ਵਾਲਾ ਸੀ ਕਿ ਸੋਨੂ ਇੱਕ ਕੌਲਾ ਲੈ ਕੇ ਬਾਹਰ ਆਇਆ ਅਤੇ ਵਿਜੇ ਨੂੰ ਫੜਾ ਦਿੱਤਾ। ਕੌਲੇ ਵਿੱਚ ਆ ਰਹੀ ਖੁਸ਼ਬੂ ਬਿਰਯਾਨੀ ਦੀ ਸੀ। ਮੇਰਾ ਗੁੱਸਾ 7ਵੇਂ ਅਸਮਾਨ 'ਤੇ ਚੜ੍ਹ ਗਿਆ। ਮੈਂ ਗੁੱਸੇ ਨਾਲ ਘਰ ਦੇ ਅੰਦਰ ਗਿਆ ਤਾਂ ਦੇਖਿਆ ਘਰ ਦੇ ਅੰਦਰ ਕੁਝ ਮਹਿਮਾਨ ਆਏ ਹੋਏ ਸੀ। ਮੈਂ ਉਹਨਾਂ ਸਾਹਮਣੇ ਆਪਣਾ ਮੂਡ ਸਹੀ ਕੀਤਾ। ਸ਼ਾਮ ਨੂੰ ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਪੂਜਾ ਸਾਰਾ ਕੰਮ ਨਿਪਟਾ ਕੇ ਕਮਰੇ ਵਿੱਚ ਆਈ। ਮੈਂ ਉਸ ਨੂੰ ਮਹੀਨੇ ਦੇ ਖਰਚ ਦੇ ਲਈ ਪੈਸੇ ਦਿੱਤੇ ਤਾਂ ਉਹ ਗਿਣਨ ਲੱਗ ਪਈ ਤੇ ਬੋਲੀ, ਪੈਸੇ ਘੱਟ ਹਨ, ਮੈਨੂੰ ਹੋਰ ਪੈਸੇ ਚਾਹੀਦੇ। ਮੈਂ ਕਿਹਾ, ਧਿਆਨ ਨਾਲ ਦੇਖੋ, ਪਿਛਲੇ ਮਹੀਨੇ ਤੋਂ ਜ਼ਿਆਦਾ ਨੇ। ਉਹ ਕਹਿਣ ਲੱਗੀ, ਮੈਨੂੰ ਪਤਾ ਹੈ, ਪਰ ਖਰਚੇ ਬਹੁਤ ਹਨ, ਇੰਨੇ ਪੈਸਿਆਂ ਵਿੱਚ ਸਰਦਾ ਨਹੀਂ। ਮੈਂ ਗੁੱਸੇ ਨਾਲ ਹੋਰ ਪੈਸੇ ਦੇ ਦਿੱਤੇ। ਅਗਲੀ ਸ਼ਾਮ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੰਮੀ ਮੇਰੇ ਕੋਲ ਆਈ ਤੇ ਕਹਿਣ ਲੱਗੀ, ਬੇਟਾ ਤੂੰ ਪੂਜਾ ਨੂੰ ਪੈਸੇ ਦਿੱਤੇ? ਮੈਂ ਕਿਹਾ, ਹਾਂ ਮੰਮੀ, ਕੱਲ ਰਾਤ ਹੀ ਦਿੱਤੇ ਘਰ ਖਰਚ ਦੇ ਲਈ। ਕਿਉਂ, ਕੀ ਹੋਇਆ? ਕਿਉਂ ਪੁੱਛ ਰਹੇ ਹੋ? ਮੰਮੀ ਬੋਲੀ, ਉਹ ਗੀਤਾ ਹੈ ਨਾ, ਸਾਡੀ ਗੁਆਂਢਣ, ਅੱਜ ਮੈਨੂੰ ਮਿਲਣ ਆਈ ਸੀ ਤੇ ਕਹਿ ਰਹੀ ਸੀ, ਲੱਗਦਾ ਹੈ ਅੱਜ ਕੱਲ੍ਹ ਤੇਰੇ ਬੇਟੇ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇੱਦਾਂ ਕਿਉਂ ਕਹਿ ਰਹੀ ਹੋ ਤਾਂ ਉਹ ਕਹਿਣ ਲੱਗੀ, ਅੱਜ ਕੱਲ੍ਹ ਤੇਰੀ ਨੂੰਹ ਬਹੁਤ ਪੈਸੇ ਲਟਾਉਂਦੀ ਹੈ। ਮੈਂ ਅੱਜ ਰੀਮਾ ਦੇ ਘਰ ਗਈ ਸੀ, ਥੋੜ੍ਹੀ ਦੇਰ ਬਾਅਦ ਤੇਰੀ ਨੂੰਹ ਵੀ ਉੱਥੇ ਆ ਗਈ। ਮੈਂ ਉਸਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਦੇਖੇ ਸੀ। ਪੂਜਾ ਨੇ ਉਹ ਸਾਰੇ ਪੈਸੇ ਮੇਰੇ ਤੋਂ ਚੋਰੀ ਰੀਮਾ ਨੂੰ ਫੜਾ ਦਿੱਤੇ, ਪਰ ਮੈਂ ਦੇਖ ਲਿਆ। ਬੇਟਾ, ਮੈਂ ਇਸ ਕਰਕੇ ਪੁੱਛ ਰਹੀ ਸੀ, ਭਲਾ ਇਸ ਨੂੰ ਕੀ ਪਈ ਹੈ ਜੋ ਤੇਰੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਬਰਬਾਦ ਕਰ ਰਹੀ ਹੈ? ਮੈਨੂੰ ਤਾਂ ਪੂਜਾ ਦੇ ਲੱਛਣ ਚੰਗੇ ਨਹੀਂ ਲੱਗਦੇ। ਮੰਮੀ ਦੀਆਂ ਗੱਲਾਂ ਨੇ ਮੇਰੇ ਸਰੀਰ ਵਿੱਚ ਅੱਗ ਲਗਾ ਦਿੱਤੀ। ਹੁਣ ਤਾਂ ਮੇਰਾ ਸ਼ੱਕ ਪੂਰਾ ਯਕੀਨ ਵਿੱਚ ਬਦਲ ਗਿਆ ਸੀ। ਮੈਨੂੰ ਪਤਾ ਸੀ ਪੂਜਾ ਪੈਸੇ ਕਿੱਥੇ ਰੱਖਦੀ ਸੀ। ਮੈਂ ਜਲਦੀ ਨਾਲ ਪਰਸ ਬਾਹਰ ਕੱਢ ਲਿਆ ਅਤੇ ਪੈਸੇ ਗਿਣੇ। ਪੂਰੇ 5000 ਘੱਟ ਸੀ। ਗੁੱਸੇ ਵਿੱਚ ਮੈਂ ਪਰਸ ਲੈ ਕੇ ਸਿੱਧਾ ਰਸੋਈ ਵਿੱਚ ਪੂਜਾ ਦੇ ਕੋਲ ਚਲਾ ਗਿਆ। ਗੁੱਸੇ ਵਿੱਚ ਆ ਕੇ ਬੋਲਿਆ, ਇਹਦੇ ਵਿੱਚੋਂ 5000 ਰੁਪਏ ਕਿੱਥੇ ਗਏ? ਮੇਰੇ ਇੱਦਾਂ ਬੋਲਣ ਦੇ ਨਾਲ ਪੂਜਾ ਬਹੁਤ ਡਰ ਗਈ ਸੀ। ਉਹਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਤੇ ਕਹਿਣ ਲੱਗੀ ਕਿ ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ? ਅੱਜ ਕੱਲ੍ਹ ਤੇਰੀਆਂ ਹਰਕਤਾਂ ਸ਼ੱਕ ਵਿੱਚ ਪਾ ਰਹੀਆਂ ਨੇ। ਦੱਸ, ਕੀ ਤੂੰ ਮੈਨੂੰ ਧੋਖਾ ਦੇ ਰਹੀ ਏਂ? ਅੱਜ ਮੈਂ ਬਹੁਤ ਗੁੱਸੇ ਵਿੱਚ ਸੀ ਤੇ ਮੇਰੇ ਗੁੱਸੇ ਨੂੰ ਦੇਖ ਕੇ ਪੂਜਾ ਡਰ ਗਈ। ਫਿਰ ਵੀ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ, ਤੁਹਾਨੂੰ ਸੱਚ ਜਾਣਨਾ ਹੈ
ਤਾਂ ਚਲੋ ਮੇਰੇ ਨਾਲ। ਮੇਰੇ ਹੱਥ ਵਿੱਚ ਇੱਕ ਬਰਤਨ ਦਿੱਤਾ ਅਤੇ ਮੇਰਾ ਹੱਥ ਫੜ ਮੈਨੂੰ ਟੁੱਟੇ ਫੁੱਟੇ ਜਿਹੇ ਮਕਾਨ ਦੇ ਸਾਹਮਣੇ ਲੈ ਆਈ। ਇਹ ਮਕਾਨ ਵਿਜੇ ਤੇ ਰੀਮਾ ਦਾ ਸੀ। ਪੂਜਾ ਨੇ ਟੁੱਟੇ ਹੋਏ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਅਤੇ ਅਸੀਂ ਦੋਨੋਂ ਅੰਦਰ ਦਾਖਲ ਹੋਏ। ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਘਰ ਦੇ ਵਿੱਚ ਇੱਕ ਸਮਾਨ ਤੋਂ ਗਰੀਬੀ ਦਿਸ ਰਹੀ ਸੀ। ਸਾਹਮਣੇ ਵਿਹੜੇ ਵਿੱਚ 2 ਬੱਚੇ ਖੇਡ ਰਹੇ ਸੀ ਜਿਨ੍ਹਾਂ ਦੇ ਹੱਥ ਵਿੱਚ ਖਿਡੌਣਿਆਂ ਦੀ ਜਗ੍ਹਾ ਪੱਥਰ ਸੀ। ਉਹਨਾਂ ਦੇ 2 ਕੱਪੜੇ ਪਾਏ ਹੋਏ ਸੀ। ਉਹਨਾਂ ਨੂੰ ਮੈਂ ਫੌਰਨ ਪਹਿਚਾਣ ਲਿਆ। ਉਹ ਮੇਰੇ ਬੇਟੇ ਦੇ ਕੱਪੜੇ ਸੀ। ਉਹਨਾਂ ਨੇ ਜਿਵੇਂ ਹੀ ਮੇਰੇ ਹੱਥ ਵਿੱਚ ਬਰਤਨ ਦੇਖਿਆ ਤਾਂ ਮੇਰੇ ਵੱਲ ਭੱਜੇ ਆਏ ਅਤੇ ਬਰਤਨ ਖੋਹ ਕੇ ਬੈਠ ਗਏ। ਉਸ ਵਿੱਚ ਰੱਖਿਆ ਖਾਣਾ ਇਸ ਤਰ੍ਹਾਂ ਖਾਣ ਲੱਗੇ ਜਿਸ ਤਰ੍ਹਾਂ ਪਤਾ ਨਹੀਂ ਕਦੋਂ ਦੇ ਭੁੱਖੇ ਸੀ। ਮੈਂ ਹੈਰਾਨੀ ਨਾਲ ਉਹਨਾਂ ਦੇ ਮੂੰਹ ਵੱਲ ਦੇਖ ਰਿਹਾ ਸੀ। ਉਦੋਂ ਹੀ ਪੂਜਾ ਬੋਲੀ, ਜੇ ਇਹਨਾਂ ਦੀ ਜਗ੍ਹਾ ਸਾਡਾ ਬੱਚਾ ਸੋਨੂ ਹੁੰਦਾ। ਫਿਰ ਪੂਜਾ ਦੀ ਇਸ ਗੱਲ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਉਦੋਂ ਹੀ ਅੰਦਰੋਂ ਰੀਮਾ ਨਿਕਲ ਕੇ ਆਈ ਜੋ ਬਹੁਤ ਹੀ ਕਮਜ਼ੋਰ ਹੋ ਚੁੱਕੀ ਸੀ। ਉਸ ਦੇ ਚਿਹਰੇ 'ਤੇ ਪੀਲਾਪਣ ਸੀ। ਮੈਨੂੰ ਦੇਖ ਕੇ ਕਹਿਣ ਲੱਗੀ, ਅੱਜ ਤੁਸੀਂ ਕਿੱਦਾਂ ਰਸਤਾ ਭੁੱਲ ਗਏ? ਪੂਜਾ ਤਾਂ ਰੋਜ਼ ਹੀ ਆਉਂਦੀ ਹੈ ਮੇਰੀ ਖੈਰ ਖਬਰ ਲੈਣ ਲਈ। ਬਹੁਤ ਹੀ ਚੰਗੀ ਹੈ ਪੂਜਾ। ਰੱਬ ਇੱਦਾਂ ਦੀ ਗੁਆਂਢਣ ਸਭ ਨੂੰ ਦੇਵੇ। ਜਦੋਂ ਤੋਂ ਵਿਜੇ ਨੂੰ ਕਾਰੋਬਾਰ ਵਿੱਚ ਘਾਟਾ ਪਿਆ ਹੈ ਉਦੋਂ ਤੋਂ ਸਾਡੇ ਭੁੱਖੇ ਰਹਿਣ ਦੇ ਦਿਨ ਆ ਗਏ। ਪੁਰਾਣਾ ਘਰ ਵਿਕ ਗਿਆ ਕਿਉਂਕਿ ਉਹ ਕਰਜ਼ਾ ਲਾਉਣਾ ਸੀ। ਸਾਰਾ ਕੁਝ ਵੇਚ ਵੱਟ ਕੇ ਇਸ ਟੁੱਟੇ ਜਿਹੇ ਘਰ ਵਿੱਚ ਆ ਗਏ। ਉੱਪਰੋਂ ਮੈਨੂੰ ਬਿਮਾਰੀ ਨੇ ਲੈ ਲਿਆ। ਮੈਨੂੰ ਕੈਂਸਰ ਹੈ। ਜੋ ਵਿਜੇ ਥੋੜ੍ਹਾ ਬਹੁਤ ਕਮਾਉਂਦਾ ਹੈ ਉਹ ਮੇਰੀਆਂ ਦਵਾਈਆਂ ਵਿੱਚ ਲੱਗ ਜਾਂਦਾ ਹੈ। ਪਰ ਇੱਦਾਂ ਦੇ ਸਮੇਂ ਵਿੱਚ ਪੂਜਾ ਨੇ ਸਾਡੀ ਬਹੁਤ ਮਦਦ ਕੀਤੀ ਹੈ। ਜੋ ਵੀ ਮਦਦ ਕੀਤੀ ਲੋਕਾਂ ਤੋਂ ਲੁੱਕ ਕੇ ਕੀਤੀ। ਮੇਰੇ ਹੀ ਭਾਂਡਿਆਂ ਵਿੱਚ ਆਪਣੇ ਘਰੋਂ ਖਾਣਾ ਲਿਆ ਕੇ ਦੇ ਜਾਂਦੀ ਤਾਂ ਕਿ ਲੋਕਾਂ ਨੂੰ ਸ਼ੱਕ ਨਾ ਹੋਵੇ, ਜਿਸ ਨਾਲ ਮੇਰੇ ਘਰ ਦਾ ਖਰਚਾ ਚੱਲਦਾ ਰਹਿੰਦਾ ਹੈ। ਮੈਂ ਤੁਹਾਡੀ ਬਹੁਤ ਅਹਿਸਾਨਮੰਦ ਹਾਂ ਜੋ ਤੁਸੀਂ ਮੇਰੀ ਇੰਨੀ ਮਦਦ ਕੀਤੀ। ਅੱਜ ਸਵੇਰੇ ਹੀ ਪੂਜਾ ਨੇ ਮੈਨੂੰ ਕੁਝ ਪੈਸੇ ਦਿੱਤੇ ਕਿਉਂਕਿ ਮੇਰੇ ਘਰ ਦਾ ਰਾਸ਼ਨ ਮੁੱਕ ਗਿਆ ਸੀ। ਇਸ ਦਾ ਕਹਿਣਾ ਸੀ ਕਿ ਬੱਚੇ ਭੁੱਖੇ ਨਹੀਂ ਰਹਿਣੇ ਚਾਹੀਦੇ। ਪੂਜਾ ਨੇ ਕਿਹਾ ਸੀ ਕਿ ਮੈਂ ਤਾਂ ਘਰੇ ਰੁੱਖਾ ਸੁੱਖਾ ਹੀ ਬਣਾਉਂਦੀ ਹਾਂ, ਪਰ ਜਦੋਂ ਉਹ ਆਪਣੇ ਘਰੋਂ ਕੋਈ ਚੰਗੀ ਚੀਜ਼ ਬਣਾਉਂਦੀ ਹੈ ਤਾਂ ਮੇਰੇ ਬੱਚਿਆਂ ਨੂੰ ਜ਼ਰੂਰ ਦਿੰਦੀ ਹੈ। ਉਸ ਦਿਨ ਵੀ ਪੂਜਾ ਨੇ ਪਰਾਂਠੇ ਭੇਜੇ ਸੀ। ਵਿਜੇ ਨੂੰ ਬਹੁਤ ਪਸੰਦ ਸੀ। ਸੱਚੀ ਤੁਹਾਡੀ ਪਤਨੀ ਹੀਰਾ ਹੈ, ਹੀਰਾ। ਮੇਰੇ ਬੱਚਿਆਂ ਦੇ ਦਿਲ 'ਚੋਂ ਨਿਕਲੀ ਦੁਆ ਅਤੇ ਮੇਰੇ ਦਿਲ 'ਚੋਂ ਨਿਕਲੀ ਦੁਆ ਤੁਹਾਨੂੰ ਜ਼ਰੂਰ ਲੱਗੇਗੀ। ਰੀਮਾ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ। ਮੈਂ ਕੀ ਸੋਚਦਾ ਸੀ ਤੇ ਕਹਾਣੀ ਕੀ ਨਿਕਲੀ। ਮੈਂ ਆਪਣੀ ਪਤਨੀ 'ਤੇ ਹੀ ਸ਼ੱਕ ਕੀਤਾ। ਉਹ ਪਤਨੀ ਜੋ ਦੇਵੀ ਸਮਾਨ ਸੀ। ਮੈਂ ਖੁਦ ਨੂੰ ਬਹੁਤ ਹੀ ਗਿਰਿਆ ਹੋਇਆ ਇਨਸਾਨ ਸਮਝ ਰਿਹਾ ਸੀ। ਮੈਂ ਤੇ ਪੂਜਾ ਘਰ ਵਾਪਸ ਆ ਗਏ ਪਰ ਮੈਂ ਪੂਜਾ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ। ਪੂਜਾ ਬੋਲੀ, ਮੈਂ ਇਹ ਸਭ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਸੀ। ਮੇਰਾ ਦਿਲ ਬਹੁਤ ਦੁਖਦਾ ਹੈ ਜਦੋਂ ਮੈਂ ਇੱਦਾਂ ਕਿਸੇ ਨੂੰ ਦੇਖਦੀ ਹਾਂ। ਅਸੀਂ ਚੰਗਾ ਖਾਣਾ ਖਾਈਏ ਤੇ ਸਾਡੇ ਲਾਗੇ ਬੱਚੇ ਭੁੱਖੇ ਰਹਿਣ। ਅਸੀਂ ਕਿਉਂ ਨਹੀਂ ਥੋੜ੍ਹਾ ਜਿਹਾ ਖਾਣਾ ਜ਼ਿਆਦਾ ਬਣਾ ਕੇ ਜ਼ਰੂਰਤਮੰਦਾਂ ਨੂੰ ਦੇ ਸਕਦੇ? ਅੱਜ ਮੈਨੂੰ ਪੂਜਾ 'ਤੇ ਗਰਵ ਮਹਿਸੂਸ ਹੋ ਰਿਹਾ ਸੀ। ਮੈਂ ਪੂਜਾ ਤੋਂ ਤੁਰੰਤ ਮਾफ़ੀ ਮੰਗੀ ਕਿ ਮੈਨੂੰ ਮਾफ़ ਕਰ ਦੇ ਜੋ ਮੈਂ ਤੇਰੇ ਵਰਗੀ ਪਤਨੀ 'ਤੇ ਸ਼ੱਕ ਕੀਤਾ। ਹੁਣ ਰੀਮਾ ਦੇ ਘਰ ਰੋਜ਼ ਚੁੱਲ੍ਹਾ ਬਲਣ ਲੱਗ ਪਿਆ ਸੀ। ਮੇਰੇ ਕਾਰੋਬਾਰ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਸੀ। ਇਹ ਸਭ ਉਹਨਾਂ ਦੀਆਂ ਦੁਆਵਾਂ ਦਾ ਨਤੀਜਾ ਸੀ। ਦੋਸਤੋ, ਗਰੀਬਾਂ ਦੀ ਮਦਦ ਜ਼ਰੂਰ ਕਰਿਆ ਕਰੋ। ਗਰੀਬਾਂ ਕੋਲੋਂ ਭਾਵੇਂ ਬਦਲੇ ਵਿੱਚ ਤੁਹਾਨੂੰ ਕੁਝ ਨਾ ਮਿਲੇ ਪਰ ਉਹਨਾਂ ਕੋਲੋਂ ਤੁਹਾਨੂੰ ਦੁਆਵਾਂ ਦਾ ਕੀਮਤੀ ਖਜ਼ਾਨਾ ਜ਼ਰੂਰ ਮਿਲੇਗਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।